सतनाम वाहिगुरु साहिब जी। कृपा करो दीन के दाते, मेरा गुण अवगुण ना विचारो कोई। माटी दा क्या धोपै स्वामी, मानस की गत सतनाम। धन वाहिगुरु साहिब जी। गुजरी महला पहला। नाभ कंबल ते ब्रह्मा उपजे, वेद पढ़े मुख कंठ सवार। ताको अंत न जाई लखना, आवत जात रहे गुबार। प्रीतम क्यों बिसरै मेरे प्राण उधार। जा की भगत करे जन पूरे, मुन जन सेवै गुर विचार। रहाओ रव सस दीपक जाके त्रै भवन, एका जोत मुरार। गुरमुख होए सो ऐनस निर्मल, मनमुख रहने उधार। सिद्ध समाद करे नित झगड़ा, दोह लोचन क्या हेरे। अंतर जोत शब्द धुन जागै, सतगुर झगड़ नवेरे। सुर नर नाथ बेअंत अजोनी, साचे महल उपारा। नानक सहज मिले जग जीवना, नदर करो निस्तारा। सुर नर नाथ बेअंत अजोनी, साचे महल उपारा। नानक सहज मिले जग जीवना, नदर करो निस्तारा। जुगो जुग अटल चवर छतर तख्त दे मालिक सतगुरु गरीब नवाज सच्चे पातशाह जी की हजूरी विच जुड़ बैठी गुरु प्यारी गुरु सवारी अत सत्कारयोग साध संगत जी। आओ सतगुरां दी बख्शी हुई फतेह प्रवान करो जी। गज वज के सारियां संगतां फतेह दी सांझ पाइए जी। वाहिगुरु जी का खालसा वाहिगुरु जी की फतेह। ये जो शब्द आप जी ने सरवण किया है, ये धन धन साहिब श्री गुरु नानक पातशाह जी दीन दुनी दे मालिक सतगुरु जी की रसना तो उचारण किया होया गुजरी राग का ये दूसरा शब्द सतगुरां ने उचारण किया है। और सतगुरु सानू संसारी जीवां नू समझाउणा चाहुंदे ने, की उपदेश देना चाहुंदे ने। रहाओ दे बंद विच सतगुरु जी फरमान करदे ने, प्रीतम क्यों बिसरै मेरे प्राण उधार। जा की भगत करे जन पूरे, मुन जन सेवे गुर विचार। कि हे परमात्मा तू सानू एक पल भी विसरना विसारना, क्योंकि भगतां दे जीवन विच भगत जन ऐसे परमात्मा नाल जुड़े हुंदे ने, सचमुच अंदरों जुड़े हुंदे ने। एक पल भी परमात्मा नू विसर जाण जां परमात्मा विसर जावे तां उन्हां नू मौत दिसदी है, आत्मक मौत दिसदी है।
ਤਾਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਮੇਰੇ ਸੱਚੇ ਸਤਿਗੁਰੂ ਇਸੇ ਵਿਚਾਰ ਨੂੰ ਦੂਸਰੇ ਤਰੀਕੇ ਨਾਲ ਬਿਆਨ ਕਰਦੇ ਨੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ हे ਪ੍ਰਮਾਤਮਾ, ਉਹ ਔਖੀ ਘੜੀ ਨਾ ਵੇਖਣ ਦੇਈ ਜਦੋਂ ਤੇਰੇ ਨਾਲੋਂ ਅਸੀਂ ਟੁੱਟ ਜਾਈਏ। ਇਹੀ ਗੱਲ ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਸਤਿਗੁਰੂ ਨੇ ਸੁਲਤਾਨਪੁਰ ਲੋਧੀ ਵਿੱਚ ਇਹ ਗੱਲ ਕਹੀ ਸੀ। ਜਦੋਂ ਘਾਟਾ ਪੈਣ ਦੀ ਗੱਲ ਹੋਈ ਮੋਦੀਖਾਨੇ ਵਿੱਚ ਤੇ ਸਾਧ ਸੰਗਤ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਮੋਦੀਖਾਨੇ ਦਾ ਹਿਸਾਬ ਕਿਤਾਬ ਪੂਰਾ ਕਰਕੇ ਤੇ ਲੋਕਾਂ ਨੂੰ ਦੱਸਿਆ ਕਿ ਕਿਹੜੇ ਘਾਟੇ ਦੀ ਤੁਸੀਂ ਗੱਲ ਕਰਦੇ ਹੋ। ਅਸਲ ਵਿੱਚ ਘਾਟਾ ਮਨੁੱਖ ਨੂੰ ਉਦੋਂ ਪੈਂਦਾ ਹੈ ਜਦੋਂ ਮਨੁੱਖ ਪ੍ਰਮਾਤਮਾ ਨਾਲੋਂ, ਉਸ ਅਕਾਲ ਪੁਰਖ ਨਾਲੋਂ, ਵਾਹਿਗੁਰੂ ਨਾਲੋਂ ਟੁੱਟ ਜਾਂਦਾ ਹੈ। ਮੈਂ ਤੇ ਸਮਝਦਾ ਸਭ ਤੋਂ ਵੱਡਾ ਘਾਟਾ ਮਨੁੱਖ ਨੂੰ ਉਦੋਂ ਪੈਂਦਾ ਹੈ ਜਦੋਂ ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਕੇ ਨਿਰਾ ਧੰਦੇ ਵਿੱਚ ਹੀ ਖੜਦ ਹੋ ਜਾਂਦਾ ਹੈ। ਅਸਲ ਵਿੱਚ ਸਭ ਤੋਂ ਵੱਡਾ ਘਾਟਾ ਮਨੁੱਖ ਨੂੰ ਉਦੋਂ ਪੈਂਦਾ ਹੈ ਜਦੋਂ ਮਨੁੱਖ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ। ਭਗਤ ਕਬੀਰ ਜੀ ਦਾ ਬੜਾ ਇੱਕ ਪਿਆਰਾ ਸ਼ਬਦ ਹੈ, ਪਸ਼ੂ ਮਰੇ 10 ਕਾਜ ਸਵਾਰੇ, ਨਰੂ ਮਰੇ ਨਰ ਕਾਮ ਨਾ ਆਵੇ। ਅਸਲ ਵਿੱਚ ਜਦੋਂ ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਜਾਂਦਾ ਹੈ, ਪਸ਼ੂ ਮਰੇ 10 ਕਾਜ ਸਵਾਰੇ, ਭਾਵ ਕਿ ਜਦੋਂ ਮਨੁੱਖ ਦੇ ਅੰਦਰੋਂ ਪਸ਼ੂ ਬਿਰਤੀ ਖਤਮ ਹੋ ਜਾਂਦੀ ਹੈ ਉਦੋਂ ਮਨੁੱਖ ਦੇ 10 ਕਾਜ ਜਿਹੜੇ ਨੇ ਉਹ ਸਵਰ ਜਾਂਦੇ ਨੇ। ਔਰ ਜਦੋਂ ਮਨੁੱਖ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ, ਨਰੂ ਮਰੇ ਨਰ ਕਾਮ ਨਾ ਆਵੇ। ਅਸਲ ਵਿੱਚ ਜਦੋਂ ਮਨੁੱਖ ਦੇ ਅੰਦਰੋਂ ਪਰਮਾਤਮਾ ਵਿਸਰ ਜਾਂਦਾ ਹੈ ਮਨੁੱਖ ਨੂੰ, ਔਰ ਮਨੁੱਖ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ ਹੈ, ਅਸਲ ਵਿੱਚ ਮਨੁੱਖ ਕਿਸੇ ਕੰਮ ਨਹੀਂ ਆਉਂਦਾ। ਨਰੂ ਮਰੇ ਨਰ ਕਾਮ ਨਾ ਆਵੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬੜੇ ਥਾਈਂ ਇਹ ਵਿਚਾਰ ਇਹੋ ਜਿਹੇ ਦਿੱਤੇ ਨੇ ਕਿ ਜਦੋਂ ਪਰਮਾਤਮਾ ਨਾਲੋਂ ਮਨੁੱਖ ਟੁੱਟਦਾ ਹੈ, ਪਰਮਾਤਮਾ ਨੂੰ ਵਿਸਰ ਜਾਂਦਾ ਹੈ, ਅਸਲ ਵਿੱਚ ਜਦੋਂ ਪਰਮਾਤਮਾ ਭੁੱਲਦਾ ਹੈ ਮਨੁੱਖ ਨੂੰ, ਅਸਲ ਵਿੱਚ ਮਨੁੱਖ ਉਦੋਂ ਹੀ ਭੁੱਲਦਾ ਹੈ। ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ, ਜਿਸ ਨੂੰ ਤੂੰ ਜਣਾ ਹੈ ਸੋਹੀ ਜਨ ਜਾਣੇ, ਕਿ हे ਪ੍ਰਮਾਤਮਾ, ਜਿਸ ਦੀ ਤੂੰ ਪਛਾਣ ਕਰਦਾ ਹੈ ਉਹ ਤੇਰੀ ਪਛਾਣ ਕਰਦਾ ਹੈ, ਦੂਸਰਾ ਨਹੀਂ ਕਰ ਸਕਦਾ। ਆਪਣੇ ਉਦਮ ਨਾਲ, ਆਪਣੀ ਮਿਹਨਤ ਦੇ ਨਾਲ ਕੋਈ ਪਰਮਾਤਮਾ ਨੂੰ ਪਾ ਨਹੀਂ ਸਕਦਾ। ਇਹੀ ਵਿਚਾਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਦੇ ਰਹੇ ਨੇ ਕਿ ਜੋ ਭਗਤਾਂ ਦੇ ਜੀਵਨ ਦਾ ਆਸਰਾ ਹੈ, ਜੋ ਭਗਤਾਂ ਦੇ ਜੀਵਨ ਦਾ ਆਸਰਾ ਹੈ, हे ਪ੍ਰਮਾਤਮਾ, हे ਅਕਾਲ ਪੁਰਖ, ਤੂੰ ਕਿਤੇ ਵਿਸਰ ਨਾ ਜਾਈਂ, ਕਿਤੇ ਨੂੰ ਦੂਰ ਨਾ ਆਪਣੇ ਤੋਂ ਕਰ ਦੇਈਂ। ਕਿਉਂਕਿ ਗੁਰਮੁਖ ਲੋਕ ਮੁਨ ਜਨ ਸੇਵੇ ਗੁਰ ਵਿਚਾਰ, ਕਿਉਂਕਿ ਗੁਰੂ ਦੀ ਵਿਚਾਰ ਰਾਹੀਂ ਜੋ ਗੁਰਮੁਖ ਲੋਕ ਨੇ, ਦੇਵਤੇ ਲੋਕ ਨੇ, ਦੇਵੀਆਂ ਜੋ ਵੀ ਨੇ, ਉਹ ਪੂਰੇ ਗੁਰੂ ਦੇ ਵਿਚਾਰ ਰਾਹੀਂ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਕਿਉਂਕਿ ਗੁਰੂ ਦੀ ਵਿਚਾਰ ਤੋਂ ਬਿਨਾਂ ਮਨੁੱਖ ਅਧੂਰਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕਈਆਂ ਥਾਵਾਂ ਤੇ ਫਰਮਾਨ ਹੈ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਭਾਈ ਗੁਰਦਾਸ ਜੀ ਇੱਕ ਥਾਂ ਤੇ ਆਪਣੀਆਂ ਵਾਰਾਂ ਵਿੱਚ ਬਿਆਨ ਕਰਦੇ ਨੇ, ਬਾਜੋਂ ਗੁਰੂ ਗਵਾਰ ਹੈ ਕਰਦੀ ਸੁਣੀ ਲਕਾਈ। ਕਿਉਂਕਿ ਗੁਰੂ ਤੋਂ ਬਿਨਾ ਸੰਸਾਰ ਜਿਹੜਾ ਹੈ ਇੱਕ ਤਪਦੀ ਭੱਠੀ ਦੇ ਸਮਾਨ ਹੈ। ਸੋ ਬੜੇ ਇਹੋ ਜਿਹੇ ਗੁਰਮੁਖ ਜਨ ਨੇ ਜਿਹੜੇ ਗੁਰੂ ਦੇ ਵਿਚਾਰ ਰਾਹੀਂ, ਗੁਰੂ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ। ਕੁਝ ਲੋਕ ਇਹੋ ਜਿਹੇ ਸੰਸਾਰ ਤੇ ਆਉਂਦੇ ਨੇ ਜਿਹੜਾ ਉਸ ਪਰਮਾਤਮਾ ਦਾ ਜਿਹੜੇ ਅੰਤ ਪਾਉਣਾ ਚਾਹੁੰਦੇ ਨੇ। ਇਹੋ ਜਿਹੇ ਵੀ ਮਨੁੱਖ ਸੰਸਾਰ ਤੇ ਬੜੇ ਆਏ ਨੇ ਜਿਨ੍ਹਾਂ ਨੇ ਉਸ ਪਰਮਾਤਮਾ, ਉਸ ਵਾਹਿਗੁਰੂ ਅਕਾਲ ਪੁਰਖ ਜੋ ਬੇਅੰਤ ਹੈ, ਉਸ ਦਾ ਅੰਤ ਪਾਉਣਾ ਚਾਹਿਆ, ਭਾਵ ਕਿ ਉਸ ਨੂੰ ਮੁਕੰਮਲ ਕਰਨਾ ਚਾਹਿਆ ਕਿ ਕਿਤਨਾ ਕੁ ਵੱਡਾ ਪਰਮਾਤਮਾ ਹੈ, ਉਸ ਨੂੰ ਵੇਖ ਤਾਂ ਲਈਏ। ਅਸਲ ਵਿੱਚ ਜਿਹਨੂੰ ਵੇਖ ਲਵੇ ਮਨੁੱਖ, ਤੇ ਮਨੁੱਖ ਸਹਿਜੇ ਕਹਿ ਦਿੰਦਾ ਹੈ ਕਿ ਮੈਨੂੰ ਪਤਾ ਹੈ ਤੂੰ ਕਿੱਡਾ ਕੁ ਵੱਡਾ ਹੈ।
ਅਸਲ ਵਿੱਚ ਮਨੁੱਖ ਅੰਤ ਪਾਉਣਾ ਚਾਹੁੰਦੇ ਨੇ। ਕੁਝ ਲੋਕ ਇਹੋ ਜਿਹੇ ਸੰਸਾਰ ਤੇ ਆਏ ਨੇ। ਇਹੋ ਜੀ ਵਿਚਾਰ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਦੇ ਪਹਿਲੇ ਬੰਦ ਵਿੱਚ ਰੱਖਦੇ ਨੇ। ਨਾਭ ਕੰਬਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਕਹਿੰਦੇ ਪੁਰਾਣਾ ਵਿੱਚ ਇੱਕ ਕਥਾ ਆਉਂਦੀ ਹੈ, ਮਿਥਿਹਾਸਿਕ ਕਥਾ, ਕਿ ਵਿਸ਼ਨੂੰ ਦੀ ਧੁਨੀ ਵਿੱਚੋਂ ਉੱਗੇ ਹੋਏ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੋਇਆ, ਜਿਹਨੇ 4 ਵੇਦ ਉਚਾਰੇ। ਜਿਹਦੇ ਉਚਾਰੇ ਹੋਏ ਵੇਦਾਂ ਨੂੰ ਪੰਡਿਤ ਲੋਕ ਕੰਠ ਤੋਂ ਮੁਖ ਤੋਂ ਸਵਾਰ ਕੇ ਉਚਾਰਨ ਕਰਦੇ ਨੇ। ਕਹਿੰਦੇ ਉਹ ਬ੍ਰਹਮਾ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਚੱਲ ਪਿਆ, ਆਪਣੇ ਜਨਮਦਾਤੇ ਦਾ ਅੰਤ ਪਾਉਣ ਵਾਸਤੇ ਚੱਲ ਪਿਆ। ਕਹਿਣ ਤੋਂ ਭਾਵ ਕਿ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਤੁਰ ਪਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਈ ਜਨਮ ਇੱਕ ਨਾਲ ਦੇ ਵਿੱਚ ਆਉਂਦਾ ਜਾਂਦਾ ਰਿਹਾ, ਹਨੇਰੇ ਦੇ ਵਿੱਚ ਭਟਕਦਾ ਰਿਹਾ, ਪਰ ਉਸ ਪਰਮਾਤਮਾ ਦਾ ਇੱਕ ਖਿਨ ਮਾਤਰ ਵੀ ਅੰਤ ਨਾ ਪਾ ਸਕਿਆ। ਨਾਭ ਕਬਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਤਾਂ ਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਉਹ ਮੂਰਖ ਕਈ ਜਨਮ ਆਉਂਦਾ ਜਾਂਦਾ ਰਿਹਾ, ਪਰ ਪਰਮਾਤਮਾ ਦਾ ਅੰਤ ਨਾ ਪਾ ਸਕਿਆ ਇੱਕ ਖਿਨ ਮਾਤਰ ਵੀ। ਤੇ ਸਤਿਗੁਰ ਜੀ ਅੱਗੇ ਫਰਮਾਨ ਕਰਦੇ ਨੇ, ਪ੍ਰੀਤਮ ਕਿਉ ਵਿਸਰੈ ਮੇਰੇ ਪ੍ਰਾਣ ਉਧਾਰ। ਕਿ हे ਪਰਮਾਤਮਾ ਤੂੰ ਸਾਨੂੰ ਵਿਸਾਰ ਨਾ, ਕਿਉਂਕਿ ਤੇਰੀ ਕਿਰਪਾ ਦਾ ਸਦਕਾ ਸਾਡੇ ਪ੍ਰਾਣ ਜਿਹੜੇ ਉਹ ਚੱਲਦੇ ਨੇ। ਅਸਲ ਵਿੱਚ ਮਨੁੱਖ ਦੇ ਪ੍ਰਾਣ, ਜੀਵਾਂ ਦੇ ਪ੍ਰਾਣ ਉਹਨਾਂ ਚਿਰ ਹੀ ਚੱਲਦੇ ਨੇ ਜਦ ਤੱਕ ਪਰਮਾਤਮਾ ਦੀ ਜੋਤ ਹੈ। ਤੇ ਅਸਲ ਵਿੱਚ ਉਹ ਪ੍ਰਾਣਾਂ ਦੇ ਵਿੱਚ, ਭਗਤਾਂ ਦੇ ਜੀਵਨ ਵਿੱਚ ਪਰਮਾਤਮਾ ਦਾ ਆਸਰਾ ਹੈ, ਉਸ ਵਾਹਿਗੁਰੂ ਦਾ ਆਸਰਾ ਹੈ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਜਿਹੜੀ ਹੈ। ਭਗਤ ਹਰ ਵੇਲੇ ਉਸ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਨੇ। ਗੁਰਮੁਖ ਜਨ ਲੋਕ ਪ੍ਰੀਤਮ ਕਿਉ ਵਿਸਰੈ ਮੇਰੇ ਪ੍ਰਾਣ ਉਧਾਰ। ਜਾਂ ਕੀ ਭਗਤ ਕਰੇ ਜਨ ਪੂਰੇ, ਮੁਨ ਜਨ ਸੇਵੇ ਗੁਰ ਵਿਚਾਰ। ਗੁਰੂ ਦੀ ਵਿਚਾਰ ਰਾਹੀਂ ਜਿਹਨੂੰ ਦੇਵਤੇ ਲੋਕ, ਕਿਉਂਕਿ ਗੁਰੂ ਦੀ ਵਿਚਾਰ ਤੋਂ ਬਿਨਾ ਪਾਇਆ ਨਹੀਂ ਜਾ ਸਕਦਾ। ਸਤਿਗੁਰੂ ਜੀ ਦਾ ਫਰਮਾਨ ਹੈ, ਆਸਾਂ ਕੀ ਵਾਰ ਵਿੱਚ ਜੇ 100 ਚੰਦਾ ਉਗਵੈ, ਸੂਰਜ ਚੜੇ 1000। ਇਤੇ ਚਾਨਣ ਹੁੰਦਿਆਂ ਗੁਰ ਬਿਨਾ ਘੋਰ ਅੰਧਾਰ। ਗੁਰੂ ਤੋਂ ਬਿਨਾ ਮਨੁੱਖ ਦੇ ਜੀਵਨ ਵਿੱਚ ਹਨੇਰਾ ਹੈ। ਗੁਰੂ ਤੋਂ ਬਿਨਾ ਮਨੁੱਖ ਕਦੀ ਵੀ ਉਸ ਪਰਮਾਤਮਾ ਨੂੰ ਪਾ ਨਹੀਂ ਸਕਦਾ, ਪੂਰੇ ਗੁਰੂ ਤੋਂ ਬਿਨਾ। ਕਿਉਂਕਿ ਪੂਰੇ ਗੁਰੂ ਨੇ ਆਪ ਪਰਮਾਤਮਾ ਨੂੰ ਪਾਇਆ ਹੈ, ਆਪ ਵੇਖਿਆ ਹੈ, ਆਪ ਸਭ ਕੁਝ ਆਪਣੇ ਤਨ ਤੇ ਜਮਾ ਕੇ ਵੇਖਿਆ ਹੈ। ਇਸ ਕਰਕੇ ਪੂਰੇ ਗੁਰੂ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲ ਕੇ ਹੀ ਮਨੁੱਖ ਦਾ ਪਾਰ ਉਤਾਰਾ ਹੋ ਸਕਦਾ ਹੈ। ਭਾਵੇਂ ਹਦੂਰੇ ਗੁਰੂ ਸੰਸਾਰ ਵਿੱਚ ਬੜੇ ਨੇ, ਸ਼ੁਰੂ ਤੋਂ ਹੀ ਬੜੇ ਨੇ, ਪਰ ਪੂਰੇ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਦ ਇਸ਼ਾਰਾ ਕੀਤਾ ਸੀ ਬਾਬਾ ਬਾਬੇ ਬਕਾਲੇ, ਕਹਿੰਦੇ 22 ਮੰਜੀਆਂ ਉਸ ਵੇਲੇ ਜਦ ਪਤਾ ਲੱਗਾ ਕਿ ਬਾਬੇ ਬਕਾਲੇ ਵੱਲ ਇਸ਼ਾਰਾ ਕੀਤਾ ਹੈ, ਨਕਲੀ ਗੁਰੂਆਂ ਨੇ 22 ਮੰਜੀਆਂ ਢਾ ਲਈਆਂ। ਪਰ ਅੱਜ ਹੋ ਸਕਦਾ 2200 ਤੋਂ ਵੀ ਵੱਧ ਹੋਣ, ਪਰ ਪੂਰੇ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਮੁਨ ਜਨ ਸੇਵੇ ਗੁਰ ਵਿਚਾਰ। ਰਵ ਸਸ ਦੀਪਕ, ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਰਵ ਸਸ ਦੀਪਕ ਜਾਂ ਕੇ ਤ੍ਰੈ ਭਵਨ ਏਕਾ ਜੋਤ ਮਰਾਰ। ਕਿ ਉਹ ਪਰਮਾਤਮਾ ਕਿੱਡਾ ਕੁ ਵੱਡਾ ਹੈ। ਪਰਮਾਤਮਾ ਏਡਾ ਵੱਡਾ ਹੈ ਉਹ ਕਿ ਚਾਂਦ ਤੇ ਸੂਰਜ ਮਾਨੋ ਉਹਦੇ ਘਰ ਵਿੱਚ ਦੀਵੇ ਨੇ। ਜਿੱਦਾਂ ਕਿਸੇ ਨੇ ਇੱਕ ਦੀਵਾ ਜਗਾ ਕੇ ਛੋਟਾ ਜਿਹਾ ਆਪਣੇ ਘਰ ਵਿੱਚ ਰੱਖਿਆ ਹੋਵੇ, ਉਹ ਪਰਮਾਤਮਾ ਅਕਾਲ ਪੁਰਖ ਏਡਾ ਵੱਡਾ ਹੈ ਕਿ ਚਾਂਦ ਤੇ ਸੂਰਜ ਉਹਦੇ ਘਰ ਵਿੱਚ ਦੀਵੇ ਨੇ। ਰਵ ਸਸ ਦੀਪਕ ਜਾਂ ਕੇ ਤ੍ਰੈ ਭਵਨ, ਤਿੰਨਾਂ ਭਵਨਾਂ ਵਿੱਚ ਉਸ ਦੀ ਜੋਤ ਜਗ ਰਹੀ ਹੈ। ਏਡਾ ਵੱਡਾ ਉਹ ਪਰਮਾਤਮਾ ਹੈ, ਪਰ ਜੇ ਕੋਈ ਉਸ ਦਾ ਅੰਤ ਪਾਉਣਾ ਚਾਹੇ ਅੰਤ ਨਹੀਂ ਪਾ ਸਕਦਾ। ਉਹ ਗੁਰੂ ਦੀ ਬਖਸ਼ਿਸ਼ ਨਾਲ ਏਡਾ ਵੱਡਾ ਜੋ ਪਰਮਾਤਮਾ ਹੈ, ਜਿਹਦੇ ਘਰ ਵਿੱਚ ਚੰਦ ਸੂਰਜ ਜਿਹੜੇ ਦੀਵੇ ਨੇ ਸੇਵਾ ਕਰਦੇ ਨੇ, ਤੇ ਉਹ ਆਪ ਕਿੱਡਾ ਕੁ ਵੱਡਾ ਹੋਵੇਗਾ। ਉਹ ਗੁਣਾਂ ਦਾ ਖਜ਼ਾਨਾ ਕਿੱਡਾ ਕੁ ਹੋਵੇਗਾ ਕਿ ਮਨੁੱਖ ਉਸ ਗੁਣਾਂ ਦੇ ਖਜ਼ਾਨੇ ਨਾਲ ਜੁੜ ਕੇ ਗੁਣਵਾਨ ਹੋ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਨਾਲ ਜੇ ਸਤਿਗੁਰੂ ਕਿਰਪਾ ਕਰਨ
ਤਾਂ ਮਨੁੱਖ ਉਹ ਗੁਣਾਂ ਦੇ ਖਜ਼ਾਨੇ ਨਾਲ ਜੁੜ ਕੇ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ। ਸਤਿਗੁਰ ਜੀ ਫਰਮਾਨ ਕਰਦੇ ਨੇ, ਰਵ ਸਸ ਦੀਪਕ ਜਾਂ ਕੇ ਤ੍ਰੈ ਭਾਵਨ, ਏਕਾ ਜੋਤ ਮਰਾਰ ਗੁਰਮੁਖ ਹੋਏ, ਸੋ ਐਨਸ ਨਿਰਮਲ ਮਨਮੁਖ ਰਹਿਣ ਅੰਧਾਰ। ਸਤਿਗੁਰ ਜੀ ਫਰਮਾਨ ਕਰਦੇ ਨੇ ਕਿ ਗੁਰਮੁਖ ਜਿਹੜਾ ਹੈ ਉਹਦਾ ਗੁਰੂ ਵੱਲ ਮੂੰਹ ਹੈ। ਉਹਨੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰ ਲਿਆ ਹੈ। ਗੁਰਮੁਖ ਹੋਏ ਸੋ ਐਨਸ ਨਿਰਮਲ, ਭਾਵ ਕਿ ਉਹਨੂੰ ਦਿਨ ਰਾਤ ਮਿਲਦਾ ਹੈ। ਉਹਦੀ ਜੀਵਨ ਵਿੱਚ, ਗੁਰਮੁਖ ਦੇ ਜੀਵਨ ਵਿੱਚ ਚਾਨਣਾ ਹੈ, ਅੰਧੇਰਾ ਨਹੀਂ। ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਮਨਮੁਖ ਦੇ ਜੀਵਨ ਵਿੱਚ, ਮਨਮੁਖ ਦੀ ਜ਼ਿੰਦਗੀ ਵਿੱਚ ਹਨੇਰਾ ਹੈ, ਕੁੱਪ ਹਨੇਰਾ ਹੈ। ਤੇ ਜਦ ਮਨੁੱਖ ਦੇ ਜੀਵਨ ਵਿੱਚ ਹਨੇਰਾ ਹੋਵੇ ਤੇ ਸਾਧ ਸੰਗਤ, ਹਨੇਰੇ ਵਿੱਚ ਮਨੁੱਖ ਨੂੰ ਬੜੇ ਭੁਲੇਖੇ ਲੱਗਦੇ ਨੇ। ਹਨੇਰੇ ਵਿੱਚ ਹੀ ਸਾਰੇ ਮਨੁੱਖ ਨੂੰ ਭੁਲੇਖੇ ਲੱਗਦੇ ਨੇ ਅਸਲ ਵਿੱਚ। ਤੇ ਮਨਮੁਖ ਦੀ ਜ਼ਿੰਦਗੀ ਵਿੱਚ ਹਨੇਰਾ ਹੈ, ਕੁੱਪ ਹਨੇਰਾ ਹੈ। ਉਹ ਜਿੰਨੇ ਵੀ ਕਰਮ ਕਰੇਗਾ, ਭਾਵੇਂ ਉਹ ਧਰਮ ਕਰਮ ਕਰਦਾ ਹੋਵੇ, ਅਸਲ ਵਿੱਚ ਉਹਦੇ ਜੀਵਨ ਵਿੱਚ ਹਨੇਰਾ ਹੋਵੇਗਾ। ਉਹਦੇ ਜੀਵਨ ਵਿੱਚ ਭਟਕਣਾ ਹੋਵੇਗੀ, ਉਹਦੇ ਜੀਵਨ ਵਿੱਚ ਕਰਮ ਕਾਂਡ ਹੋਣਗੇ, ਉਹਦੇ ਜੀਵਨ ਵਿੱਚ ਫਿੱਕਾਪਨ ਹੋਵੇਗਾ। ਮਨਮੁਖ ਰਹਿਣ ਅੰਧਾਰ। ਤੇ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ, ਸਿੱਧ ਸਮਾਦ ਕਰੇ ਨਿਤ ਝਗੜਾ, ਦੋ ਲੋਚਨ ਕਿਆ ਹੇਰੇ, ਅੰਤਰ ਜੋਤ ਸ਼ਬਰ ਧੁਨ ਜਾਗੈ, ਸਤਿਗੁਰ ਝਗਰ ਨਵੇਰੇ। ਸਿੱਧ ਸਮਾਦ ਕਰੇ ਨਿਤ ਝਗੜਾ। ਜੋਗੀ ਲੋਕ, ਸਿੱਧ ਲੋਕ ਜੰਗਲਾਂ ਵਿੱਚ ਸਮਾਧੀਆਂ ਲਾ ਕੇ ਨਿਤ ਹੀ ਆਪਣੇ ਮਨ ਨਾਲ ਝਗੜਾ ਕਰਦੇ ਨੇ। ਮਨ ਨੂੰ ਜਿੱਤਣ ਦਾ ਕੋਸ਼ਿਸ਼ ਕਰਦੇ ਰਹਿੰਦੇ ਨੇ, ਜਿੱਤਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਮਨ ਜਿੱਤਿਆ ਨਹੀਂ ਜਾਂਦਾ, ਕਿਉਂਕਿ ਮਨ ਬੜਾ ਚੰਚਲ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਫਰਮਾਨ ਕੀਤਾ ਹੈ, ਇਹ ਮਨੁਆ ਆਖੇ ਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਪਰ ਸਤਿਗੁਰੂ ਜੀ ਅੱਗੇ ਕਹਿੰਦੇ, ਗੁਰ ਪੂਰਾ ਪਾਇਆ ਵਡ ਭਾਗੀ, ਹਰ ਮੰਤਰ ਦਿਆ ਮਨ ਠੰਡੇ। ਕਿ ਮਨ ਟਿਕ ਗਿਆ ਹੈ, ਗੁਰੂ ਨੇ ਕਿਰਪਾ ਕਰ ਦਿੱਤੀ ਹੈ ਤੇ ਮਨ ਟਿਕ ਗਿਆ ਹੈ। ਸਿੱਧ ਸਮਾਦ ਕਰੇ ਨਿਤ ਝਗੜਾ, ਦੋਹ ਲੋਚਨ ਕਿਆ ਹੇਰੇ। ਉਹ ਆਪਣੇ ਦੋਹਾਂ ਨੇਤਰਾਂ ਨਾਲ ਪਰਮਾਤਮਾ ਦੀ ਜੋਤ ਨੂੰ ਵੇਖ ਨਹੀਂ ਸਕਦੇ। ਤੇ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ, ਅੰਤਰ ਜੋਤ ਸ਼ਬਦ ਧੁਨ ਜਾਗੇ, ਸਤਿਗੁਰ ਝਗਰ ਨਵੇਰੇ। ਕਿ ਜਦੋਂ ਅੰਦਰੋਂ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਸ਼ਬਦ ਨਾਲ ਜੁੜ ਜਾਂਦੀ ਹੈ, ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਵੇਰੇ। ਫਿਰ ਗੁਰੂ, ਜਦੋਂ ਗੁਰੂ ਦੇ ਸ਼ਬਦ ਨਾਲ ਮਨੁੱਖ ਦਾ ਮਨ, ਗੁਰੂ ਦੇ ਸ਼ਬਦ ਵਿੱਚ ਮਨੁੱਖ ਦਾ ਮਨ ਟਿਕ ਜਾਂਦਾ ਹੈ, ਫਿਰ ਗੁਰੂ ਸਾਰੇ ਹੀ ਮਨ ਵਾਲੇ ਝਗੜੇ ਨਿਬੇੜ ਦਿੰਦਾ ਹੈ। ਫਿਰ ਗੁਰੂ ਸਾਰੇ ਹੀ ਮਨ ਵਾਲੇ ਝਗੜੇ ਖਤਮ ਕਰ ਦਿੰਦਾ ਹੈ। ਸਿੱਧ ਸਮਾਦ ਕਰੇ ਨਿਤ ਝਗੜਾ, ਦੋਹ ਲੋਚਨ ਕਿਆ ਹੇਰੇ, ਅੰਤਰ ਜੋਤ ਸ਼ਬਦ ਧੁਨ ਜਾਗੇ, ਸਤਿਗੁਰ ਝਗਰ ਨਵੇਰੇ। ਫਿਰ ਅਖੀਰ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸੁਰ ਨਰ ਨਾਥ ਬੇਅੰਤ ਅਜੋਨੀ, ਸਾਚੇ ਮਹਿਲੇ ਉਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਸੁਰ ਨਰ ਨਾਥ ਬੇਅੰਤ ਅਜੋਨੀ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਹੇ ਨਾਥਾਂ ਦੇ ਨਾਥ, ਦੇਵਤਿਆਂ ਦੇ ਦੇਵਤੇ, ਸੁਰ ਨਰ ਨਾਥ, ਭਾਵ ਕਿ ਦੇਵਤਿਆਂ ਤੇ ਮਨੁੱਖਾਂ ਦੇ ਨਾਥ ਮਾਲਕ। ਸੁਰ ਨਰ ਨਾਥ ਬੇਅੰਤ ਅਜੋਨੀ, ਹੇ ਜੂਨਾ ਤੋਂ ਰਹਿਤ ਮੇਰੇ ਮਾਲਕ, ਸਾਚੇ ਮਹਿਲ ਉਪਾਰਾ, ਹੈ ਸੱਚੇ ਮਹੱਲ ਵਿੱਚ ਟਿਕੇ ਹੋਏ ਪਰਮਾਤਮਾ, ਰਹਿਮਤ ਕਰ, ਬਖਸ਼ਿਸ਼ ਕਰ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਸਤਿਗੁਰੂ ਜੀ ਅਖੀਰ ਵਿੱਚ ਫਰਮਾਨ ਕਰਦੇ ਨੇ ਕਿ ਹੈ ਮਾਲਕ ਜੀ, ਬਖਸ਼ਿਸ਼ ਕਰੋ ਉਹ ਸਹਿਜ ਅਵਸਥਾ ਜਿਹੜੀ ਤਿੰਨਾਂ ਗੁਣਾਂ ਤੋਂ, ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਉੱਪਰ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇ। ਕਿਰਪਾ ਕਰੋ, ਮਿਹਰ ਕਰੋ। ਸਤਿਗੁਰੂ ਜੀ ਤਖਾਰੀ ਰਾਗ ਵਿੱਚ ਇੱਕ ਥਾਂ ਬਿਆਨ ਕਰਦੇ ਨੇ, ਨਾਨਕ ਵੈ ਸਾਖੀ ਪ੍ਰਭ ਪਾਵੇ, ਸ਼ਬਦ ਸੁਰਤ ਮਨ ਮਾਨਾ। ਅਸਲ ਵਿੱਚ ਜਦੋਂ ਸੁਰਤ ਜਿਹੜੀ ਹੈ ਸ਼ਬਦ ਵਿੱਚ ਟਿਕ ਜਾਂਦੀ ਹੈ, ਨਾਨਕ ਚੇਤ ਸਹਿਜ ਸੁਖ ਪਾਵੇ। ਅਸਲ ਵਿੱਚ ਸਹਿਜ ਅਵਸਥਾ ਜਿਹੜੀ ਹੈ ਉਹ ਤਿੰਨਾਂ ਗੁਣਾਂ ਤੋਂ ਉੱਤੇ ਹੈ। ਸਤਿਗੁਰੂ ਜੀ ਇਹੀ ਫਰਮਾਨ ਕਰਦੇ ਨੇ ਕਿ ਹੇ ਪ੍ਰਮਾਤਮਾ ਕਿਰਪਾ ਕਰ,
ਸਾਨੂੰ ਉਹ ਸਹਿਜ ਅਵਸਥਾ ਪ੍ਰਾਪਤ ਹੋ ਜਾਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ। ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਸੰਗਤ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਬੁਲਾਓ ਫਤਿਹ ਗੱਜ ਵੱਜ ਕੇ ਸਾਰੀਆਂ ਸੰਗਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।